Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਹਿਲਾ ਪਹਿਲਾ। ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ, ਬ੍ਰਹਮ ਕਮਲ ਪਇਆਲ ਨਾ ਪਾਇਆ, ਆਗਿਆ ਨਹੀਂ ਲੀਨੀ ਭਰਮ ਭੁਲਾਇਆ। ਇਹਨਾਂ ਪੰਕਤੀਆਂ ਦੇ ਵਿੱਚ ਫਿਰ ਤੋਂ ਬ੍ਰਹਮਾ ਦੀ ਗੱਲ ਕੀਤੀ ਗਈ ਹੈ। ਤਾਂ ਗੁਰੂ ਜੀ ਕਹਿੰਦੇ ਕਿ ਹੋਰਨਾਂ ਜੀਵਾਂ ਦੀ ਤਾਂ ਗੱਲ ਛੱਡੋ, ਬ੍ਰਹਮਾ ਜਿਸ ਨੂੰ ਕਿ ਦੇਵਤਾ ਮੰਨਿਆ ਗਿਆ ਹੈ ਉਹੀ ਆਤਮਕ ਮੌਤ ਦੀ ਫਾਹੀ ਤੋਂ ਬਚ ਨਹੀਂ ਸਕਿਆ। ਇਹ ਕਹਾਣੀ ਹੈ ਕਿ ਜੋ ਬ੍ਰਹਮਾ ਸੀ ਉਹ ਵਿਸ਼ਨੂੰ ਦੀ ਨਾਭੀ ਦੇ ਵਿੱਚੋਂ ਉਪਜੇ ਹੋਏ ਕਮਲ ਫੁੱਲ ਦੀ ਡੰਡੀ 'ਚੋਂ ਪੈਦਾ ਹੋਇਆ ਸੀ। ਤੇ ਬ੍ਰਹਮਾ ਆਪਣੇ ਆਪ ਨੂੰ ਇੰਨਾ ਵੱਡਾ ਸਮਝਣ ਲੱਗ ਗਿਆ ਕਿ ਉਹਨੂੰ ਲੱਗਿਆ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਮੈਂ ਇੱਕ ਕਮਲ ਦੀ ਡੰਡੀ 'ਚੋਂ ਪੈਦਾ ਹੋਇਆ ਹੋਵਾਂ। ਤੇ ਉਹਨੇ ਇਹ ਠਾਣ ਲਿਆ ਕਿ ਮੈਂ ਇਸ ਭੇਤ ਦਾ ਪਤਾ ਲਗਾ ਕੇ ਰਹਿਣਾ ਹੈ, ਇਸ ਗੱਲ ਦਾ ਅੰਤ ਪਾ ਕੇ ਰਹਿਣਾ ਹੈ। ਕਹਿੰਦੇ ਨੇ ਕਿ ਇਹਦਾ ਅੰਤ ਪਾਉਣ ਦੇ ਲਈ ਉਹ ਪਤਾਲ ਤੱਕ ਵੀ ਜਾ ਪਹੁੰਚਿਆ ਪਰ ਅੰਤ ਪਾ ਨਾ ਸਕਿਆ, ਉਸ ਭੇਤ ਨੂੰ ਸਮਝ ਨਾ ਸਕਿਆ। ਤੇ ਇਸ ਨਾਲ ਉਹਦੀ ਹਉਮੈ ਨੂੰ ਬਹੁਤ ਠੇਸ ਵੱਜੀ ਤੇ ਉਹ ਬੜਾ ਦੁਖੀ ਹੋਇਆ, ਵਿਚਲਿਤ ਹੋਇਆ। ਇਸ ਲਈ ਗੁਰੂ ਜੀ ਨੇ ਲਿਖਿਆ ਹੈ ਕਿ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ, ਕਿ ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਹੀ ਦੇ ਵਿੱਚ ਫਸਿਆ। ਬ੍ਰਹਮ ਕਮਲ ਪਇਆਲ ਨਾ ਪਾਇਆ, ਕਿ ਉਹਨੂੰ ਅਜਿਹਾ ਲੱਗਿਆ ਕਿ ਮੈਂ ਕਮਲ ਦੇ ਡੰਡੀ ਦੇ ਵਿੱਚੋਂ ਕਿਵੇਂ ਪੈਦਾ ਹੋ ਸਕਦਾ ਹਾਂ। ਆਗਿਆ ਨਹੀਂ ਲੀਨੀ ਭਰਮ ਭੁਲਾਇਆ, ਉਹਨੇ ਆਪਣੇ ਗੁਰੂ ਦੀ ਆਗਿਆ ਵੀ ਨਹੀਂ ਲਈ, ਗੁਰੂ ਦੇ ਨਾਲ ਸਲਾਹ ਵੀ ਨਹੀਂ ਕੀਤੀ ਤੇ ਪਤਾਲ ਦੇ ਵਿੱਚ ਜਾ ਪਹੁੰਚਿਆ ਉਸ ਕਮਲ ਦੀ ਡੰਡੀ ਦਾ ਭੇਤ ਪਾਉਣ ਦੇ ਲਈ। ਤੇ ਨਤੀਜਾ ਕੀ ਹੋਇਆ? ਭਰਮ ਭੁਲਾਇਆ, ਭਟਕਣਾ ਦੇ ਵਿੱਚ ਪੈ ਕੇ ਕੁਰਾਹੇ ਪਿਆ ਰਿਹਾ। ਅੱਗੇ ਗੁਰੂ ਜੀ ਲਿਖਦੇ ਹਨ, ਜੋ ਉਪਜੈ ਸੋ ਕਾਲ ਸੰਘਾਰਿਆ, ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਓ। ਕਹਿੰਦੇ ਜੋ ਚੀਜ਼ ਪੈਦਾ ਹੋਈ ਹੈ ਮੌਤ ਨੇ ਉਹਨੂੰ ਨਸ਼ਟ ਕਰਨਾ ਹੈ। ਇਹ ਇਸ ਸ੍ਰਿਸ਼ਟੀ ਦਾ ਅਟਲ ਨਿਯਮ ਹੈ। ਜੋ ਪੈਦਾ ਹੋਇਆ ਹੈ ਉਹਨੇ ਖਤਮ ਵੀ ਹੋਣਾ ਹੈ, ਪਰ ਖਤਮ ਹੋਣ ਤੋਂ ਪਹਿਲਾਂ ਉਹਦੇ ਅੰਦਰ ਡਰ ਵਸਿਆ ਰਹਿੰਦਾ ਹੈ। ਜੇਕਰ ਅਸੀਂ ਮਨੁੱਖ ਦੀ ਗੱਲ ਕਰ ਲਈਏ, ਉਹਨੂੰ ਪਤਾ ਹੈ ਕਿ ਇੱਕ ਦਿਨ ਤੇ ਮਰਨਾ ਹੀ ਹੈ, ਪਰ ਉਹ ਮੌਤ ਦਾ ਡਰ ਸਾਰੀ ਉਮਰ ਆਪਣੇ ਨਾਲ ਚੱਕੀ ਰੱਖਦਾ ਹੈ। ਤੇ ਅਗਲੀ ਪੰਕਤੀ ਦੇ ਵਿੱਚ ਗੁਰੂ ਜੀ ਉਸ ਪ੍ਰਮਾਤਮਾ ਦੇ ਪ੍ਰਤੀ ਸ਼ੁਕਰਗੁਜ਼ਾਰ ਹੋ ਕੇ ਕਹਿੰਦੇ ਹਨ ਕਿ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ, ਕਿ ਹੇ ਪ੍ਰਮਾਤਮਾ ਤੇਰਾ ਧੰਨਵਾਦ ਹੈ ਕਿ ਤੂੰ ਮੈਨੂੰ ਇਸ ਡਰ ਤੋਂ ਬਚਾ ਲਿਆ, ਤੂੰ ਮੈਨੂੰ ਇੰਨੀ ਸੋਝੀ ਬਖਸ਼ੀ ਹੈ ਕਿ ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਤੇ ਮੌਤ ਦੇ ਡਰ ਤੋਂ ਬਚ ਗਿਆ। ਮੈਨੂੰ ਇਸ ਗੱਲ ਦਾ ਨਿਸ਼ਚਾ ਹੋ ਗਿਆ ਹੈ ਕਿ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੀ ਹੈ। ਜਦੋਂ ਤੇਰੀ ਆਗਿਆ ਹੋਈ ਤੂੰ ਲੈ ਜਾਣਾ ਹੈ ਤਾਂ ਮੈਂ ਕਿਉਂ ਸਾਰੀ ਜ਼ਿੰਦਗੀ ਡਰ ਡਰ ਕੇ ਗੁਜ਼ਾਰਾਂ। ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ, ਉਹ ਅਬਨਾਸੀ ਅਲਖ ਅਪੇਵਾ। ਸਾਰੇ ਹੀ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਤੇ ਇਸ ਮੋਹ ਤੋਂ ਗੁਰੂ ਦੀ ਸੇਵਾ ਕੀਤੇ ਬਿਨਾਂ ਬਚਿਆ ਨਹੀਂ ਜਾ ਸਕਦਾ। ਇਹ ਜੋ ਕਾਲ ਹੈ, ਮੌਤ ਦਾ ਡਰ ਤੇ ਮਾਇਆ ਦਾ ਮੋਹ, ਇਹ ਦੋਨੇ ਚੀਜ਼ਾਂ ਮਿਲ ਕੇ ਕਾਲ ਬਣਦੀਆਂ ਹਨ। ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ, ਇਹ ਕਾਲ ਸਾਡਾ ਪਿੱਛਾ ਨਹੀਂ ਛੱਡਦਾ ਜਦ ਤੱਕ ਅਸੀਂ ਗੁਰੂ ਦੀ ਸੇਵਾ ਨਹੀਂ ਕਰਦੇ, ਗੁਰੂ ਦੇ ਲੜ ਨਹੀਂ ਲੱਗਦੇ। ਉਹ ਅਬਿਨਾਸੀ ਅਲਖ ਅਪੇਵਾ, ਇਸ ਕਾਲ ਤੋਂ ਬਚਿਆ ਹੋਇਆ ਸਿਰਫ ਉਹ ਇੱਕ ਪਰਮਾਤਮਾ ਹੈ, ਜਿਹਦੇ ਨਾ ਹੀ ਤਾਂ ਗੁਣਾਂ ਨੂੰ ਬਿਆਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਉਹਦਾ ਭੇਤ ਪਾਇਆ ਜਾ ਸਕਦਾ ਹੈ। ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾਮੋ ਭੂਲੈ ਜਮ ਕਾ ਦੁੱਖ ਸਹਿਣਾ, ਮੈਂ ਧਰ ਨਾਮ ਜਿਉ ਰਾਖੋ ਰਹਿਣਾ। ਬੇਸ਼ੱਕ ਕੋਈ ਸੁਲਤਾਨ ਹੈ, ਖਾਨ ਹੈ, ਬਾਦਸ਼ਾਹ ਹੈ, ਕਿਸੇ ਨੇ ਵੀ ਇੱਥੇ ਸਦਾ ਟਿਕੇ ਨਹੀਂ ਰਹਿਣਾ। ਤੇ ਜੋ
ਇਸ ਜ਼ਿੰਦਗੀ ਦੇ ਦੌਰਾਨ ਪ੍ਰਮਾਤਮਾ ਦੇ ਨਾਮ ਤੋਂ ਖੁੰਝਦਾ ਹੈ, ਉਹ ਸਾਰੀ ਉਮਰ ਮੌਤ ਦੇ ਸਹਿਮ ਦੇ ਵਿੱਚ ਜਿਉਂਦਾ ਹੈ। ਅੱਗੇ ਗੁਰੂ ਜੀ ਕਹਿੰਦੇ ਕਿ ਹੇ ਪ੍ਰਮਾਤਮਾ, ਮੈਨੂੰ ਤੇਰੇ ਨਾਮ ਦਾ ਆਸਰਾ ਹੈ। ਮੈਂ ਧਰ ਨਾਮ ਜਿਉ ਰਾਖੋ ਰਹਿਣਾ, ਜਿਵੇਂ ਤੂੰ ਰੱਖੇ ਮੈਨੂੰ ਉਵੇਂ ਹੀ ਰਹਿਣਾ ਪਸੰਦ ਹੈ। ਤੂੰ ਮੈਨੂੰ ਜੋ ਵੀ ਨਿਆਮਤਾਂ ਬਖਸ਼ੀਆਂ ਨੇ, ਮੈਨੂੰ ਕਿਸੇ ਤੇ ਵੀ ਕੋਈ ਸ਼ੰਕਾ ਨਹੀਂ, ਕਿਸੇ ਪ੍ਰਤੀ ਵੀ ਮੈਨੂੰ ਕੋਈ ਸਵਾਲ ਨਹੀਂ। ਜੋ ਤੂੰ ਮੈਨੂੰ ਦਿੱਤਾ ਹੈ ਮੈਨੂੰ ਖਿੜੇ ਮੱਥੇ ਮਨਜ਼ੂਰ ਹੈ। ਜਿਉ ਰਾਖੋ ਰਹਿਣਾ, ਜਿਵੇਂ ਤੂੰ ਮੈਨੂੰ ਰੱਖੇ ਮੈਂ ਉਵੇਂ ਹੀ ਰਹਿਣਾ ਹੈ। ਚੌਧਰੀ ਰਾਜੇ ਨਹੀਂ ਕਿਸੈ ਮੁਕਾਮ, ਭਾਵੇਂ ਕੋਈ ਚੌਧਰੀ ਹੋਵੇ ਤੇ ਭਾਵੇਂ ਕੋਈ ਰਾਜਾ ਹੋਵੇ, ਇਸ ਦੁਨੀਆ ਦੇ ਵਿੱਚ ਕਿਸੇ ਦਾ ਵੀ ਪੱਕਾ ਡੇਰਾ ਨਹੀਂ ਹੈ। ਸਭ ਨੇ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੈ। ਸਾਹ ਮਰੇ ਸੰਚੈ ਮਾਇਆ ਦਾਮ, ਜਿਹੜਾ ਸ਼ਾਹ ਨਿਰੀ ਮਾਇਆ ਹੀ ਜੋੜਦਾ ਹੈ, ਨਿਰਾ ਧਨ ਇਕੱਠਾ ਕਰਨ ਤੇ ਹੀ ਲੱਗਿਆ ਹੋਇਆ ਹੈ, ਉਹ ਆਤਮਕ ਮੌਤੇ ਮਰ ਜਾਂਦਾ ਹੈ। ਮੈਂ ਤੇ ਕਈ ਵਾਰ ਹੈਰਾਨ ਹੁੰਦਾ ਹਾਂ ਕਿ ਕੁਝ ਲੋਕ ਪੈਸਾ ਇਕੱਠਾ ਕਰਨ ਦੀ ਹੋੜ ਦੇ ਵਿੱਚ ਆ ਕੇ ਇਨਸਾਨੀਅਤ ਵੀ ਭੁੱਲ ਜਾਂਦੇ ਨੇ। ਉਹ ਇਹ ਵੀ ਨਹੀਂ ਦੇਖਦੇ ਕਿ ਅਸੀਂ ਕਿਸੇ ਦਾ ਘਰ ਉਜਾੜ ਕੇ ਆਪਣੇ ਮਹਿਲ ਬਣਾ ਰਹੇ ਹਾਂ। ਇਹ ਖਿਆਲ ਉਹਨਾਂ ਦੇ ਮਨਾਂ ਦੇ ਵਿੱਚ ਕਿਉਂ ਨਹੀਂ ਉਪਜਦਾ ਕਿ ਇਸ ਦੁਨੀਆ ਤੇ ਸਦਾ ਤੇ ਟਿਕੇ ਰਹਿਣਾ ਨਹੀਂ, ਤੇ ਜਿੰਨਾ ਧਨ ਉਹਨਾਂ ਨੇ ਇਕੱਠਾ ਕਰ ਰੱਖਿਆ ਹੈ ਉਹਦੇ ਨਾਲ ਉਹ ਆਪਣੀ ਜ਼ਿੰਦਗੀ ਕੀ, ਆਪਣੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਦੀ ਜ਼ਿੰਦਗੀ ਵੀ ਬੜੀ ਸੁਖਾਲੀ ਜਿਉ ਸਕਦੇ ਨੇ। ਪਰ ਫਿਰ ਵੀ ਹੋਰ ਧਨ ਇਕੱਠਾ ਕਰਨ ਦੀ ਹੋੜ ਉਹਨਾਂ ਅੰਦਰ ਲੱਗੀ ਰਹਿੰਦੀ ਹੈ। ਆਪਣਾ ਕੋਈ ਕਾਰੋਬਾਰ ਕਰਨਾ ਤੇ ਉਹਦੇ ਵਿੱਚ ਤਰੱਕੀ ਹਾਸਲ ਕਰਨੀ ਕੋਈ ਬੁਰੀ ਗੱਲ ਨਹੀਂ, ਕਿਰਤ ਕਰਨੀ ਕੋਈ ਬੁਰੀ ਗੱਲ ਨਹੀਂ। ਜਦੋਂ ਅਸੀਂ ਕਿਰਤ ਕਰਦੇ ਹਾਂ ਉਹਦੇ ਬਦਲੇ ਦੇ ਵਿੱਚ ਸਾਨੂੰ ਮਾਇਆ ਵੀ ਮਿਲਦੀ ਹੈ। ਗੱਲ ਉੱਥੇ ਗਲਤ ਹੋ ਜਾਂਦੀ ਹੈ ਜਦੋਂ ਤੁਸੀਂ ਦੂਜਿਆਂ ਦਾ ਨੁਕਸਾਨ ਕਰਕੇ, ਦੂਜਿਆਂ ਦੇ ਨੁਕਸਾਨ ਦੇ ਉੱਤੇ ਆਪਣਾ ਫਾਇਦਾ ਕਰਦੇ ਹੋ। ਤੇ ਅੱਜ ਦੁਨੀਆ ਦੇ ਵਿੱਚ ਅਜਿਹੇ ਬੜੇ ਧਨਾੜ ਲੋਕ ਨੇ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਆਪਣੇ ਕਾਰੋਬਾਰਾਂ ਦੀ ਤਰੱਕੀ ਲੋੜੀਂਦੀ ਹੈ। ਉਹ ਇਹ ਵੀ ਨਹੀਂ ਦੇਖ ਰਹੇ ਕਿ ਸਾਡੀ ਤਰੱਕੀ ਦੇ ਕਰਕੇ ਹੋਰਨਾਂ ਲੱਖਾਂ ਹੀ ਲੋਕਾਂ ਦੇ ਘਰ ਉਜੜ ਰਹੇ। ਪਰ ਗੱਲ ਇਹ ਹੈ ਕਿ ਜੀਵ ਦੇ ਵੱਸ ਦੀ ਗੱਲ ਨਹੀਂ। ਜੇ ਕਿਸੇ ਨੂੰ ਇਸ ਪ੍ਰਕਾਰ ਦੀ ਅਕਲ ਬਖਸ਼ੀ ਹੈ ਤਾਂ ਉਹ ਵੀ ਉਸ ਪਰਮਾਤਮਾ ਨੇ ਹੀ ਬਖਸ਼ੀ ਹੈ। ਉਹਨਾਂ ਨੂੰ ਇਹ ਸੋਚ ਕਿਤੋਂ ਹੋਰ ਨਹੀਂ ਮਿਲ ਜਾਂਦੀ, ਪਰਮਾਤਮਾ ਦੀ ਬਖਸ਼ੀ ਹੋਈ ਹੀ ਮਿਲਦੀ ਹੈ। ਤੇ ਇਹੀ ਉਸ ਪਰਮਾਤਮਾ ਦਾ ਲੁਕਿਆ ਹੋਇਆ ਭੇਤ ਵੀ ਹੈ ਜੋ ਮਨੁੱਖ ਅੱਜ ਤੱਕ ਬੁੱਝ ਨਹੀਂ ਪਾਇਆ ਹੈ ਕਿ ਇਸ ਦੁਨੀਆ ਦੇ ਵਿੱਚ ਦੁੱਖ ਤਕਲੀਫਾਂ ਕਿਉਂ ਨੇ। ਜੇਕਰ ਮਾਇਆ ਦੇ ਨਾਲ ਮੋਹ ਇੰਨਾ ਮਾੜਾ ਹੈ ਤਾਂ ਉਹ ਪਰਮਾਤਮਾ ਕਈ ਜੀਵਾਂ ਨੂੰ ਮਾਇਆ ਦੇ ਮੋਹ ਦੇ ਵਿੱਚ ਕਿਉਂ ਪਾਈ ਰੱਖਦਾ ਹੈ, ਇਹਦਾ ਭੇਤ ਉਹ ਆਪ ਹੀ ਜਾਣਦਾ ਹੈ। ਆਪਾਂ ਅੱਗੇ ਵਧਦੇ ਹਾਂ। ਮੈਂ ਧਨ ਦੀਜੈ ਹਰ ਅੰਮ੍ਰਿਤ ਨਾਮ, ਗੁਰੂ ਜੀ ਕਹਿੰਦੇ ਕਿ ਮੈਨੂੰ ਕਿਸੇ ਹੋਰ ਪ੍ਰਕਾਰ ਦੇ ਧਨ ਦੀ ਲੋੜ ਨਹੀਂ। ਇਹ ਪ੍ਰਮਾਤਮਾ ਮੈਨੂੰ ਆਪਣੇ ਨਾਮ ਰੂਪੀ ਧਨ ਹੀ ਬਖਸ਼ ਦੇ, ਮੇਰੇ ਲਈ ਉਹੀ ਅੰਮ੍ਰਿਤ ਵਰਗਾ ਹੈ। ਰਈਅਤ ਮਹਿਰ ਮੁਕੱਦਮ ਸਿਕਦਾਰੈ, ਨਿਹਚਲ ਕੋਇ ਨਾ ਦਿਸੈ ਸੰਸਾਰੈ, ਅਫਰਿਓ ਕਾਲ ਕੂੜ ਸਿਰ ਮਾਰੈ। ਗੁਰੂ ਜੀ ਕਹਿੰਦੇ ਕਿ ਰਈਅਤ ਭਾਵ ਪਰਜਾ, ਮਹਿਰ ਭਾਵ ਪਰਜਾ ਦੇ ਮੁਖੀਏ, ਮੁਕੱਦਮ ਤੋਂ ਭਾਵ ਚੌਧਰੀ, ਸਿਕਦਾਰਾ ਤੋਂ ਭਾਵ ਸਰਦਾਰ। ਕਹਿੰਦੇ ਪਰਜਾ ਉਹਦੇ ਮੁਖੀਏ, ਉਹਦੇ ਤੇ ਲੱਗੇ ਹੋਏ ਚੌਧਰੀ ਤੇ ਸਰਦਾਰ, ਇਹਨਾਂ ਦੇ ਵਿੱਚੋਂ ਕੋਈ ਵੀ ਨਿਹਚਲ ਕੋਏ ਨਾ ਦਿਸੈ ਸੰਸਾਰੈ, ਕੋਈ ਵੀ ਅਟੱਲ ਨਹੀਂ ਦਿਸਦਾ ਇਸ ਸੰਸਾਰ ਦੇ ਵਿੱਚ। ਇਹਨਾਂ ਚੋਂ ਕੋਈ ਵੀ ਅਜਿਹਾ ਨਹੀਂ ਜਾਪਦਾ ਕਿ ਉਹ ਸਦਾ ਇੱਥੇ ਬਣਿਆ ਰਹੇਗਾ। ਅਫਰਿਓ ਕਾਲ ਕੂੜ ਸਿਰ ਮਾਰੈ, ਅਫਰਿਓ ਤੋਂ ਭਾਵ ਬਲੀ, ਜਿਹੜਾ ਬਹੁਤ ਬਲਵਾਨ ਹੋਵੇ। ਕਹਿੰਦੇ ਬਲਵਾਨ ਕਾਲ ਜੋ ਹੈ ਕੂੜ ਦੇ ਸਿਰ ਉੱਤੇ ਮਾਰ ਮਾਰਦਾ ਹੈ, ਚੋਟ ਮਾਰਦਾ ਹੈ। ਕੂੜ ਕੌਣ? ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਮਾਇਆ ਨੂੰ ਪਨਾਹ ਦਿੱਤੀ ਹੋਈ ਹੈ, ਜਿਹੜੇ ਵਿਕਾਰਾਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੇ ਸਿਰ ਤੇ ਬਲਵਾਨ ਕਾਲ ਚੋਟ ਮਾਰਦਾ ਹੈ। ਨਿਹਚਲ ਏਕ ਸੱਚਾ ਸੱਚ ਸੋਈ, ਸਦਾ ਅਟੱਲ ਰਹਿਣ ਵਾਲਾ ਸਿਰਫ ਤੇ ਸਿਰਫ ਇੱਕ ਉਹ ਪ੍ਰਮਾਤਮਾ ਹੈ। ਜਿਨ ਕਰ ਸਾਜੀ ਤਿਨਹਿ ਸਭ ਗੋਈ, ਜਿਨਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਤੇ ਜਿਹੜਾ ਇਹਨੂੰ ਆਪਣੀ ਗੋਦ ਦੇ ਵਿੱਚ ਸਮਾ ਵੀ ਲੈਂਦਾ ਹੈ, ਆਪਣੇ ਅੰਦਰ ਸਮਾ ਲੈਂਦਾ ਹੈ। ਉਹ ਗੁਰਮੁਖ ਜਾਪੈ ਤਾਂ ਪਤ ਹੋਈ। ਜੇਕਰ ਅਸੀਂ ਗੁਰੂ ਦੇ ਲੜ ਲੱਗ ਕੇ ਗੁਰਮੁਖ ਬਣ ਕੇ ਉਸ ਪ੍ਰਮਾਤਮਾ ਨੂੰ ਪਛਾਣ ਕੇ ਉਹਨੂੰ ਜਪੀਏ ਤਾਂ ਸਾਡੀ ਇੱਜ਼ਤ ਬਣਦੀ ਹੈ।
ਕਾਜੀ ਸੇਖ ਭੇਖ ਫਕੀਰਾ, ਵੱਡੇ ਕਹਾਵੈ ਹਉਮੈ ਤਨ ਪੀਰਾ। ਕਾਲ ਨਾ ਛੋੜੈ ਬਿਨ ਸਤਿਗੁਰ ਕੀ ਧੀਰਾ। ਕਹਿੰਦੇ ਭਾਵੇਂ ਕੋਈ ਕਾਜੀ ਹੈ, ਕੋਈ ਸ਼ੇਖ ਹੈ, ਕੋਈ ਫਕੀਰ ਦਾ ਭੇਖ ਰਚ ਰਿਹਾ ਹੈ, ਆਪਣੇ ਆਪ ਨੂੰ ਵੱਡਾ ਕਹਾਉਂਦਾ ਹੈ, ਪਰ ਜਦ ਤੱਕ ਉਹਦੇ ਤਨ ਦੇ ਅੰਦਰ ਹਉਮੈ ਦੀ ਪੀੜ ਹੈ, ਉਦੋਂ ਤੱਕ ਕਾਲ ਉਹਨੂੰ ਛੱਡਦਾ ਨਹੀਂ। ਆਤਮਕ ਮੌਤ ਦਾ ਡਰ ਉਹਦੇ ਅੰਦਰੋਂ ਜਾਂਦਾ ਨਹੀਂ, ਤੇ ਹਉਮੈ ਉਦੋਂ ਤੱਕ ਨਹੀਂ ਜਾਂਦੀ ਜਦ ਤੱਕ ਅਸੀਂ ਗੁਰੂ ਦੇ ਲੜ ਨਹੀਂ ਲੱਗਦੇ। ਬਿਨ ਸਤਿਗੁਰ ਕੀ ਧੀਰਾ, ਸਤਿਗੁਰੂ ਤੋਂ ਮਿਲੇ ਨਾਮ ਆਧਾਰ ਤੋਂ ਬਿਨਾ, ਨਾਮ ਦੇ ਆਸਰੇ ਤੋਂ ਬਿਨਾ ਹਉਮੈ ਖਤਮ ਨਹੀਂ ਹੁੰਦੀ, ਤੇ ਜਦ ਤੱਕ ਹਉਮੈ ਖਤਮ ਨਹੀਂ ਹੁੰਦੀ ਉਦੋਂ ਤੱਕ ਸਾਡੇ ਅੰਦਰੋਂ ਆਤਮਕ ਮੌਤ ਦਾ ਡਰ ਖਤਮ ਨਹੀਂ ਹੁੰਦਾ। ਕਾਲ ਜਾਲ ਜਿਹਵਾ ਅਰਨੈਣੀ, ਕਾਨੀ ਕਾਲ ਸੁਣੈ ਬਿਖ ਬੈਣੀ, ਬਿਨ ਸ਼ਬਦੈ ਮੂਠੇ ਦਿਨ ਰਹਿਣੀ। ਮਨੁੱਖ ਆਪਣੀ ਜੀਭ, ਆਪਣੇ ਨੈਣ ਤੇ ਆਪਣੇ ਕੰਨਾਂ ਦੇ ਰਾਹੀਂ ਕਾਲ ਦੇ ਜਾਲ ਦੇ ਵਿੱਚ ਫਸਿਆ ਰਹਿੰਦਾ ਹੈ। ਆਪਣੀ ਜੀਭ ਦੇ ਨਾਲ ਪਰਾਈ ਨਿੰਦਿਆ ਕਰਦਾ ਹੈ, ਆਪਣੇ ਨੈਣਾਂ ਦੇ ਰਾਹੀਂ ਪਰਾਇਆ ਤੱਕਦਾ ਹੈ, ਤੇ ਆਪਣੇ ਕੰਨਾਂ ਦੇ ਰਾਹੀਂ ਮਾਇਆ ਦੇ ਨਾਲ ਜੋੜਨ ਵਾਲੇ ਵਿਚਾਰ ਸੁਣਦਾ ਹੈ, ਤੇ ਅਜਿਹਾ ਕਰਕੇ ਕਾਲ ਦੇ ਜਾਲ ਦੇ ਵਿੱਚ ਫਸਦਾ ਜਾਂਦਾ ਹੈ। ਬਿਨ ਸ਼ਬਦੈ ਮੂਠੇ ਦਿਨ ਰਹਿਣੀ, ਗੁਰੂ ਦੇ ਸ਼ਬਦਾਂ ਤੋਂ ਬਿਨਾਂ ਦਿਨ ਰਾਤ ਆਪਣੇ ਆਤਮਿਕ ਗੁਣਾਂ ਵੱਲੋਂ ਲੁੱਟਿਆ ਜਾਂਦਾ ਹੈ। ਹਿਰਦੈ ਸਾਚ ਵਸੈ ਹਰਿ ਨਾਇ, ਕਾਲ ਨਾ ਜੋ ਸਕੈ ਗੁਣ ਗਾਏ। ਜਿਹੜਾ ਮਨੁੱਖ ਗੁਰੂ ਦੇ ਸ਼ਬਦਾਂ ਦੇ ਰਾਹੀਂ ਉਸ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ, ਉਹਦੇ ਹਿਰਦੇ ਦੇ ਵਿੱਚ ਉਸ ਸੱਚੇ ਪ੍ਰਮਾਤਮਾ ਦਾ ਵਾਸ ਹੋ ਜਾਂਦਾ ਹੈ। ਕਾਲ ਉਹਨੂੰ ਛੋਹ ਨਹੀਂ ਪਾਉਂਦਾ, ਤੇ ਉਹ ਉਸ ਪ੍ਰਮਾਤਮਾ ਦੇ ਗੁਣ ਗਾ ਪਾਉਂਦਾ ਹੈ। ਨਾਨਕ ਗੁਰਮੁਖ ਸ਼ਬਦ ਸਮਾਏ, ਇਹ ਨਾਨਕ ਜੋ ਗੁਰਮੁਖ ਹੈ ਉਹ ਗੁਰੂ ਦੇ ਸ਼ਬਦਾਂ ਦੇ ਰਾਹੀਂ ਉਸ ਪ੍ਰਮਾਤਮਾ ਦੇ ਵਿੱਚ ਸਦਾ ਲੀਨ ਰਹਿੰਦਾ ਹੈ। ਗੌੜੀ ਮਹਿਲਾ ਪਹਿਲਾ। ਬੋਲੇ ਸਾਚ ਮਿਥਿਆ ਨਹੀਂ ਰਾਈ, ਚਾਲੈ ਗੁਰਮੁਖ ਹੁਕਮ ਰਜਾਈ, ਰਹਿ ਅਤੀਤ ਸੱਚੇ ਸਰਨਾਈ। ਜੋ ਗੁਰਮੁਖ ਹੈ ਉਹ ਉਸ ਪ੍ਰਮਾਤਮਾ ਦੇ ਰਜ਼ਾ ਦੇ ਮਾਲਕ, ਉਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਦਾ ਹੈ, ਉਹਦੀ ਸ਼ਰਨ ਦੇ ਵਿੱਚ ਰਿਹਾ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ। ਰਹਿ ਅਤੀਤ, ਰਹਿ ਅਤੀਤ ਤੋਂ ਭਾਵ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣਾ। ਬੋਲੇ ਸਾਚ ਮਿਥਿਆ ਨਹੀਂ ਰਾਈ, ਉਹ ਹਮੇਸ਼ਾ ਸੱਚ ਬੋਲਦਾ ਹੈ, ਸਦਾ ਅਟਲ ਰਹਿਣ ਵਾਲੇ ਬੋਲ ਬੋਲਦਾ ਹੈ। ਅਜਿਹੇ ਬੋਲ ਬੋਲਦਾ ਹੈ ਜਿਨ੍ਹਾਂ ਤੋਂ ਉਹਨੂੰ ਮੁਕਰਨਾ ਨਾ ਪਵੇ, ਫਿਰਨਾ ਨਾ ਪਵੇ। ਰੱਤੀ ਭਰ ਵੀ ਝੂਠ ਨਹੀਂ ਬੋਲਦਾ। ਸੱਚ ਘਰ ਬੈਸੇ, ਕਾਲ ਨਾ ਜੋ ਹੈ ਮਨਮੁਖ ਕਉ, ਆਵਤ ਜਾਵਤ ਦੁੱਖ ਮੋਹੈ ਰਹਾਓ। ਜਦ ਅਸੀਂ ਆਪਣੇ ਆਪ ਨੂੰ ਉਸ ਪ੍ਰਮਾਤਮਾ ਦੇ ਵਿੱਚ ਲੀਨ ਰੱਖਦੇ ਹਾਂ, ਸੱਚ ਘਰ ਬੈਸੈ, ਸੱਚ ਦੇ ਘਰ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਪਣਾ ਨਿਵਾਸ ਬਣਾਈ ਰੱਖਦੇ ਹਾਂ, ਤਾਂ ਮਾਇਆ ਦਾ ਪ੍ਰਭਾਵ ਤੇ ਆਤਮਿਕ ਮੌਤ ਦਾ ਡਰ ਸਾਨੂੰ ਛੋਹ ਨਹੀਂ ਸਕਦੇ। ਕਾਲ ਨਾ ਜੋ ਹੈ, ਤੇ ਇਹਦੇ ਉਲਟ ਜੋ ਮਨਮੁਖ ਹੈ, ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲਾ ਮਨੁੱਖ ਹੈ, ਉਹਨੂੰ ਆਵਤ ਜਾਵਤ ਭਾਵ ਆਉਣ ਜਾਣ ਦਾ, ਜਨਮ ਮਰਨ ਦਾ ਦੁੱਖ ਲੱਗਿਆ ਰਹਿੰਦਾ ਹੈ। ਅਪਿਓ ਪੀਓ ਅਕਥ ਕਥ ਰਹੀਐ, ਨਿਜ ਘਰ ਬੈਸ ਸਹਿਜ ਘਰ ਲਈਐ, ਹਰ ਰਸ ਮਾਤੇ ਇਹ ਸੁਖ ਕਹੀਐ। ਅਪਿਓ ਤੋਂ ਭਾਵ ਅੰਮ੍ਰਿਤ, ਅਪਿਓ ਪੀਓ ਤਾਂ ਗੁਰੂ ਜੀ ਕਹਿੰਦੇ ਕਿ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਪੀ ਕੇ ਵੇਖ ਲਵੋ। ਅਕਥ ਕਥ ਰਹੀਐ ਭਾਵ ਕਿ ਉਹਦੀ ਸਿਫਤ ਸਲਾਹ ਕਰਕੇ ਵੇਖ ਲਵੋ। ਜਿਨ੍ਹਾਂ ਨੇ ਕੀਤੀ ਹੈ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਪੀਤਾ ਹੈ, ਨਿਜ ਘਰ ਬੈਸ ਸਹਿਜ ਘਰ ਲਹੀਐ, ਉਹਨਾਂ ਦੀ ਸੁਰਤ ਆਪਣੇ ਹਿਰਦੇ ਦੇ ਵਿੱਚ ਟਿਕ ਜਾਂਦੀ ਹੈ, ਤੇ ਆਪਣੇ ਹਿਰਦੇ ਘਰ ਦੇ ਅੰਦਰੋਂ ਹੀ ਉਹ ਸਹਿਜ ਦਾ ਆਨੰਦ ਲੈ ਪਾਉਂਦੇ ਨੇ। ਹਰ ਰਸ ਮਾਤੇ ਇਹ ਸੁਖ ਕਹੀਐ। ਜਿਹੜੇ ਉਸ ਪ੍ਰਮਾਤਮਾ ਦੇ ਨਾਮ ਰਸ ਦੇ ਵਿੱਚ ਮਸਤ ਰਹਿੰਦੇ ਹਨ, ਸਿਰਫ ਉਹੀ ਇਹ ਕਹਿ ਸਕਦੇ ਨੇ ਕਿ ਇਹੀ ਸਭ ਤੋਂ ਸ੍ਰੇਸ਼ਟ ਸੁਖ ਹੈ। ਗੁਰਮਤਿ ਚਾਲ ਨਿਹਚਲ ਨਹੀਂ ਡੋਲੈ, ਗੁਰਮਤਿ ਸਾਚ ਸਹਿਜ ਹਰ ਬੋਲੈ, ਪੀਵੈ ਅੰਮ੍ਰਿਤ ਤਤ ਵਿਰੋਲੈ। ਜੋ ਗੁਰਮਤਿ ਤੇ ਚੱਲਦਾ ਹੈ ਉਹ ਨਿਹਚਲ ਭਾਵ ਅਡੋਲ ਹੋ ਜਾਂਦਾ ਹੈ, ਵਿਕਾਰਾਂ ਦੇ ਮਾਇਆ ਦੇ ਹੱਲਿਆਂ ਦੇ ਅੱਗੇ ਡੋਲਦਾ ਨਹੀਂ। ਗੁਰਮਤਿ ਸਾਚ ਸਹਿਜ
ਹਰ ਬੋਲੇ। ਜੋ ਗੁਰਮੁਖ ਹੈ ਉਸ ਪ੍ਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ, ਉਹਦੇ ਵਿੱਚ ਲੀਨ ਰਹਿੰਦਾ ਹੈ, ਸਦਾ ਸਹਿਜ ਦੇ ਵਿੱਚ ਆਤਮਿਕ ਅਡੋਲਤਾ ਵਾਲੀ ਅਵਸਥਾ ਦੇ ਵਿੱਚ ਰਹਿੰਦਾ ਹੈ। ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਪੀਵੈ ਅੰਮ੍ਰਿਤ ਤਤ ਵਿਰੋਲੈ। ਉਸ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਪੀਂਦਾ ਹੈ ਤੇ ਅਸਲੀਅਤ ਨੂੰ ਲੱਭ ਲੈਂਦਾ ਹੈ। ਉਹਨੂੰ ਇਸ ਅਸਲੀਅਤ ਦਾ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਮਾਤਮਾ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਵਸਦਾ ਹੈ, ਉਸੇ ਨੇ ਸ੍ਰਿਸ਼ਟੀ ਬਣਾਈ ਹੈ, ਉਹੀ ਇਹਨੂੰ ਖਤਮ ਕਰਨ ਦੀ ਤਾਕਤ ਵੀ ਰੱਖਦਾ ਹੈ। ਸਾਨੂੰ ਜੀਵਨ ਵੀ ਤੇ ਸੋਝੀ ਵੀ ਉਹ ਪ੍ਰਮਾਤਮਾ ਹੀ ਬਖਸ਼ਦਾ ਹੈ। ਇਹਨਾਂ ਸਾਰੀਆਂ ਗੱਲਾਂ ਦਾ, ਸਾਰੀਆਂ ਅਸਲੀਅਤਾਂ ਦਾ ਉਹਨੂੰ ਗਿਆਨ ਹੋ ਜਾਂਦਾ ਹੈ, ਨਿਸ਼ਚਾ ਹੋ ਜਾਂਦਾ ਹੈ ਜਦੋਂ ਕੋਈ ਮਨੁੱਖ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਦਾ ਹੈ, ਗੁਰਮਤ ਤੇ ਚੱਲਦਾ ਹੈ। ਸਤਿਗੁਰ ਦੇਖਿਆ ਦੀਖਿਆ ਲੀਨੀ, ਮਨ ਤਨ ਅਰਪਿਓ ਅੰਤਰਗਤ ਕੀਨੀ। ਜਿਸ ਮਨੁੱਖ ਨੇ ਸਤਿਗੁਰੂ ਦੇ ਦਰਸ਼ਨ ਕਰ ਲਏ ਤੇ ਸਤਿਗੁਰੂ ਤੋਂ ਸਿੱਖਿਆ ਲੈ ਲਈ, ਉਹ ਆਪਣਾ ਮਨ ਤੇ ਆਪਣਾ ਤਨ ਗੁਰੂ ਦੇ ਅੱਗੇ ਅਰਪਿਤ ਕਰ ਦਿੰਦਾ ਹੈ ਤੇ ਆਪਣੀ ਅਸਲੀਅਤ ਨੂੰ ਵੀ ਪਛਾਣ ਲੈਂਦਾ ਹੈ। ਆਪਣੀ ਅਸਲੀਅਤ ਨੂੰ ਪਛਾਣਨ ਤੋਂ ਭਾਵ ਕਿ ਆਪਣੀ ਹਉਮੈ ਨੂੰ ਪਰੇ ਰੱਖ ਕੇ ਉਹ ਇਹ ਗੱਲ ਜਾਣ ਲੈਂਦਾ ਹੈ ਕਿ ਮੈਂ ਉਸ ਪ੍ਰਮਾਤਮਾ ਦੇ ਹੱਥਾਂ ਦੀ ਕਠਪੁਤਲੀ ਹਾਂ। ਜਿਵੇਂ ਉਹ ਪ੍ਰਮਾਤਮਾ ਮੈਨੂੰ ਨਚਾ ਰਿਹਾ ਹੈ, ਮੈਂ ਉਵੇਂ ਹੀ ਨੱਚ ਰਿਹਾ ਹਾਂ। ਗਤ ਮਿਤ ਪਾਈ ਆਤਮ ਚੀਨੀ। ਅਜਿਹੀ ਉੱਚੀ ਆਤਮਿਕ ਅਵਸਥਾ ਹਾਸਲ ਕਰਕੇ ਉਹ ਆਪਣੇ ਆਤਮੇ ਨੂੰ ਚੀਨ ਲੈਂਦਾ ਹੈ, ਆਪਣੇ ਮਨ ਨੂੰ ਕਾਬੂ ਦੇ ਵਿੱਚ ਕਰ ਲੈਂਦਾ ਹੈ। ਭੋਜਨ ਨਾਮ ਨਿਰੰਜਨ ਸਾਰ, ਪਰਮਹੰਸ ਸੱਚ ਜੋਤ ਅਪਾਰ। ਜੈ ਦੇਖੋ ਤੈ ਏਕੰਕਾਰ। ਜਿਸ ਮਨੁੱਖ ਨੇ ਪ੍ਰਮਾਤਮਾ ਦੇ ਸ੍ਰੇਸ਼ਟ ਨਾਮ ਨੂੰ ਆਪਣਾ ਭੋਜਨ ਬਣਾਇਆ ਹੈ, ਆਪਣੀ ਆਤਮਿਕ ਖੁਰਾਕ ਬਣਾਇਆ ਹੈ, ਉਹ ਮਨੁੱਖ ਪਰਮਹੰਸ ਬਣ ਜਾਂਦਾ ਹੈ। ਸਦਾ ਅਟਲ ਰਹਿਣ ਵਾਲਾ ਪਰਮਹੰਸ ਬਣ ਜਾਂਦਾ ਹੈ ਤੇ ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਤੇ ਫਿਰ ਉਸ ਮਨੁੱਖ ਨੂੰ ਹਰ ਪਾਸੇ ਉਹ ਪਰਮਾਤਮਾ ਨਜ਼ਰ ਆਉਂਦਾ ਹੈ। ਜੈ ਦੇਖੋ ਤੈ ਏਕੰਕਾਰ। ਰਹਿ ਨਿਰਾਲਮ ਏਕਾ ਸੱਚ ਕਰਨੀ। ਉਹ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ ਤੇ ਪਰਮਾਤਮਾ ਦਾ ਸਿਮਰਨ ਉਹਦੀ ਨਿੱਤ ਦੀ ਕਰਨੀ ਬਣ ਜਾਂਦੀ ਹੈ। ਉਹ ਸਦਾ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਰਹਿੰਦਾ ਹੈ। ਪਰਮ ਪਦ ਪਾਇਆ ਸੇਵਾ ਗੁਰਚਰ। ਗੁਰੂ ਦੀ ਦੱਸੀ ਹੋਈ ਸੇਵਾ ਕਰਕੇ, ਗੁਰੂ ਦੇ ਚਰਨਾਂ ਦੇ ਵਿੱਚ ਟਿਕਿਆ ਰਹਿ ਕੇ ਉਹ ਪਰਮ ਪਦ ਯਾਨੀ ਕਿ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ। ਉਹ ਆਤਮਿਕ ਦਰਜਾ ਜਿੱਥੇ ਸਥਿਰਤਾ ਹੁੰਦੀ ਹੈ, ਜਿੱਥੇ ਮਨੁੱਖ ਡੋਲਦਾ ਨਹੀਂ। ਮਨ ਤੇ ਮਨ ਮਾਨਿਆ ਚੂਕੀ ਅਹੰ ਭਰਮਣੀ। ਮਨ ਹੀ ਮਨ ਦੇ ਵਿੱਚ ਉਹਦਾ ਜੋ ਮਨ ਹੈ ਉਹ ਪ੍ਰਮਾਤਮਾ ਦੀ ਯਾਦ ਦੇ ਵਿੱਚ, ਪ੍ਰਮਾਤਮਾ ਦੇ ਨਾਮ ਦੇ ਸਿਮਰਨ ਦੇ ਵਿੱਚ ਮੰਨ ਜਾਂਦਾ ਹੈ, ਗਿੱਝ ਜਾਂਦਾ ਹੈ ਤੇ ਅਹੰਕਾਰ ਤੋਂ, ਹਉਮੈ ਤੋਂ ਪੈਦਾ ਹੋਣ ਵਾਲੀ ਭਟਕਣਾ ਉਹਦੀ ਦੂਰ ਹੋ ਜਾਂਦੀ ਹੈ। ਕਿੰਨਾ ਕੁਝ ਗੁਰੂ ਜੀ ਨੇ ਇਹਨਾਂ ਪੰਕਤੀਆਂ ਦੇ ਰਾਹੀਂ ਦੱਸਿਆ ਹੈ ਕਿ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ। ਉਹਦੇ ਅੰਦਰ ਉਸ ਪ੍ਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਉਹਨੂੰ ਹਰ ਪਾਸੇ ਉਹ ਪ੍ਰਮਾਤਮਾ ਨਜ਼ਰ ਆਉਣ ਲੱਗਦਾ ਹੈ। ਉਹ ਮਾਇਆ ਵੱਲੋਂ ਨਿਰਲੇਪ ਹੋ ਕੇ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਜਾਂਦਾ ਹੈ, ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਤੇ ਹੰਕਾਰ ਦੇ ਕਾਰਨ ਪੈਦਾ ਹੋਣ ਵਾਲੀ ਭਟਕਣਾ ਤੋਂ ਵੀ ਬਚ ਜਾਂਦਾ ਹੈ। ਇਹ ਸਭ ਕੁਝ ਕਿਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ? ਜਿਨੇ ਭੋਜਨ ਨਾਮ ਨਿਰੰਜਨ ਸਾਰ, ਜਿਸਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਆਤਮਿਕ ਖੁਰਾਕ ਬਣਾਇਆ ਹੁੰਦਾ ਹੈ। ਅੱਗੇ ਚੱਲਦੇ ਹਾਂ। ਕਹਿੰਦੇ ਇਨ ਵਿਦ ਕੌਣ ਕੌਣ ਨਹੀਂ ਤਾਰਿਆ। ਕਹਿੰਦੇ ਮੈਨੂੰ ਇਹ ਦੱਸੋ ਕਿ ਜਿਨ੍ਹਾਂ ਨੇ ਵੀ ਇਹ ਵਿਧੀ ਅਪਣਾਈ ਹੈ, ਜਿਨ੍ਹਾਂ ਨੇ ਨਾਮ ਸਿਮਰਿਆ ਹੈ, ਉਹਨਾਂ ਦੇ ਵਿੱਚੋਂ ਕੌਣ ਸੰਸਾਰ ਸਮੁੰਦਰ ਨਹੀਂ ਤਾਰ ਪਾਇਆ। ਕੌਣ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਿਆ। ਸਵਾਲੀਆ ਰੂਪ ਦੇ ਵਿੱਚ ਗੁਰੂ ਜੀ ਸਾਨੂੰ ਇਹ ਦੱਸ ਰਹੇ ਨੇ ਕਿ ਨਾਮ ਸਿਮਰਨ ਦੀ ਜੋ ਵਿਧੀ ਹੈ, ਜੇ ਉਹਨੂੰ ਤੁਸੀਂ ਅਪਣਾਉਂਦੇ ਹੋ ਤਾਂ ਇਸ ਵਿਕਾਰਾਂ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹੋ। ਹਰ ਜਸ ਸੰਤ ਭਗਤ ਨਿਸਤਾਰਿਆ। ਪ੍ਰਮਾਤਮਾ ਦੇ ਨਾਮ ਨੇ, ਪ੍ਰਮਾਤਮਾ ਦੇ ਜਸ ਨੇ, ਉਹਦੀ ਸਿਫਤ ਸਲਾਹ ਨੇ ਭਗਤਾਂ ਨੂੰ ਤੇ ਸੰਤਾਂ ਨੂੰ ਇਸ ਸਮੁੰਦਰ ਤੋਂ ਪਾਰ ਲੰਘਾਇਆ ਹੈ। ਪ੍ਰਭ ਪਾਏ ਹਮ ਅਵਰ ਨਾ ਭਾਰਿਆ। ਗੁਰੂ ਜੀ ਕਹਿੰਦੇ ਕਿ ਅਸੀਂ ਪ੍ਰਮਾਤਮਾ ਪਾ ਲਿਆ ਹੈ
ਅਸੀਂ ਹੋਰ ਕੁਝ ਨਹੀਂ ਲੱਭਦੇ। ਸਾਚ ਮਹਿਲ ਗੁਰ ਅਲਖ ਲਖਾਇਆ, ਨਿਹਚਲ ਮਹਿਲ ਨਹੀਂ ਛਾਇਆ ਮਾਇਆ। ਸਦਾ ਥਿਰ ਰਹਿਣ ਵਾਲਾ ਪਰਮਾਤਮਾ ਦਾ ਮਹਿਲ ਗੁਰੂ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਕਰ ਦਿੰਦਾ ਹੈ ਤੇ ਸਾਨੂੰ ਸਾਡੇ ਹਿਰਦੇ ਦੇ ਵਿੱਚ ਹੀ ਉਸ ਅਲਖ ਪਰਮਾਤਮਾ ਦੇ ਦਰਸ਼ਨ ਕਰਵਾ ਦਿੰਦਾ ਹੈ। ਗੁਰੂ ਸਾਨੂੰ ਅਜਿਹੀਆਂ ਸਿੱਖਿਆਵਾਂ ਦਿੰਦਾ ਹੈ ਜੋ ਸਾਨੂੰ ਸਾਡੇ ਅੰਤਰ ਨਾਲ ਜੋੜਦੀਆਂ ਨੇ, ਸਾਡੇ ਅੰਦਰੇ ਨਾਲ ਜੋੜਦੀਆਂ ਨੇ। ਆਪਣੇ ਅੰਦਰ ਨਾਲ ਜੁੜ ਕੇ ਅਸੀਂ ਆਪਣੇ ਅੰਦਰੋਂ ਹੀ ਉਸ ਪਰਮਾਤਮਾ ਨੂੰ ਵੇਖ ਲੈਂਦੇ ਹਾਂ, ਉਹਨੂੰ ਮਹਿਸੂਸ ਕਰ ਲੈਂਦੇ ਹਾਂ। ਨਿਹਚਲ ਮਹਿਲ, ਸਾਡਾ ਜੋ ਹਿਰਦਾ ਹੈ ਸਦਾ ਅਟਲ ਰਹਿਣ ਵਾਲਾ ਉਹ ਪਰਮਾਤਮਾ ਦਾ ਮਹਿਲ ਹੈ। ਸਦਾ ਅਟਲ ਤੋਂ ਇੱਥੇ ਭਾਵ ਇਹ ਨਹੀਂ ਕਿ ਸਾਡਾ ਹਿਰਦਾ ਕਦੇ ਨਸ਼ਟ ਨਹੀਂ ਹੁੰਦਾ, ਬਲਕਿ ਇਹ ਹੈ ਕਿ ਉਹਦੇ ਤੇ ਮਾਇਆ ਦੇ ਹੱਲਿਆਂ ਦਾ ਅਸਰ ਨਹੀਂ ਹੁੰਦਾ। ਨਿਹਚਲ ਮਹਿਲ ਨਹੀਂ ਛਾਇਆ ਮਾਇਆ, ਸਾਡਾ ਹਿਰਦਾ ਨਿਹਚਲ ਮਹਿਲ ਬਣ ਜਾਂਦਾ ਹੈ। ਉਹ ਮਹਿਲ ਜਿਹਦੇ ਤੇ ਮਾਇਆ ਦਾ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਸਾਚ ਸੰਤੋਖੇ ਭਰਮ ਚੁਕਾਇਆ, ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜ ਕੇ ਜਿਹੜੇ ਮਨੁੱਖਾਂ ਦੇ ਅੰਦਰ ਸੰਤੋਖ ਆ ਜਾਂਦਾ ਹੈ ਉਹਨਾਂ ਦੇ ਬਾਕੀ ਦੇ ਸਾਰੇ ਭਰਮ ਖਤਮ ਹੋ ਜਾਂਦੇ ਹਨ। ਜਿਨ ਕੈ ਮਨ ਵਸਿਆ ਸੱਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ। ਜਿਨ੍ਹਾਂ ਮਨੁੱਖਾਂ ਦੇ ਮਨਾਂ ਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਉਹ ਪ੍ਰਮਾਤਮਾ ਵਸ ਪੈਂਦਾ ਹੈ, ਉਹਨਾਂ ਦੀ ਸੰਗਤ ਜਿਸ ਮਨੁੱਖ ਨੂੰ ਗੁਰੂ ਦੀ ਸ਼ਰਨ ਪੈ ਕੇ ਪ੍ਰਾਪਤ ਹੁੰਦੀ ਹੈ, ਗੁਰਮੁਖ ਬਣ ਕੇ ਪ੍ਰਾਪਤ ਹੁੰਦੀ ਹੈ, ਨਾਨਕ ਸਾਚ ਨਾਮ ਮਲ ਖੋਈ। हे ਨਾਨਕ, ਉਹ ਮਨੁੱਖ ਸੱਚ ਨਾਮ ਦੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਖਤਮ ਕਰ ਪਾਉਂਦੇ ਹਨ। ਸੋ ਸੌਖੇ ਸ਼ਬਦਾਂ ਦੇ ਵਿੱਚ, ਸਰਲ ਸ਼ਬਦਾਂ ਦੇ ਵਿੱਚ, ਜਿਨ੍ਹਾਂ ਮਨੁੱਖਾਂ ਦੇ ਮਨਾਂ ਦੇ ਵਿੱਚ ਉਹ ਪਰਮਾਤਮਾ ਵਸ ਗਿਆ, ਉਹਨਾਂ ਦੀ ਸੰਗਤ ਗੁਰਮੁਖਾਂ ਨੂੰ ਹਾਸਲ ਹੁੰਦੀ ਹੈ। ਤੇ ਜਦੋਂ ਹਾਸਲ ਹੋ ਜਾਂਦੀ ਹੈ, ਜਦੋਂ ਉਹ ਗੁਰਮੁਖ ਪਰਮਾਤਮਾ ਦਾ ਨਾਮ ਜਿਨ੍ਹਾਂ ਮਨੁੱਖਾਂ ਦੇ ਮਨਾਂ 'ਚ ਵਸਿਆ ਹੈ ਉਹਨਾਂ ਦੀ ਸੰਗਤ ਕਰ ਲੈਂਦੇ ਹਨ, ਤਾਂ ਉਹਨਾਂ ਗੁਰਮੁਖਾਂ ਦੇ ਅੰਦਰੋਂ ਵੀ ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 227ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਰਾਹੀਂ ਵੀ ਗੁਰੂ ਜੀ ਨੇ ਸਾਨੂੰ ਹਉਮੈ ਤੋਂ ਦੂਰ ਰਹਿਣ ਤੇ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਸਿੱਖ ਦਿੱਤੀ ਹੈ ਕਿ ਸਾਨੂੰ ਪ੍ਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਗਿਝਾਉਣਾ ਚਾਹੀਦਾ ਹੈ। ਅਜਿਹਾ ਕਰਾਂਗੇ ਤਾਂ ਹਉਮੈ ਆਪਣੇ ਆਪ ਹੀ ਖਤਮ ਹੋ ਜਾਏਗੀ। ਸੋ ਆਓ ਕੋਸ਼ਿਸ਼ ਕਰੀਏ ਕਿ ਉਸ ਪ੍ਰਮਾਤਮਾ ਦੇ ਨਾਲ ਸੱਚੇ ਦਿਲ ਤੋਂ ਸਾਂਝ ਕਾਇਮ ਕਰਨ ਦੀ ਕੋਸ਼ਿਸ਼ ਕਰੀਏ, ਸੱਚੇ ਦਿਲੋਂ ਸਾਂਝ ਕਾਇਮ ਕਰ ਸਕੀਏ। ਉਹ ਪ੍ਰਮਾਤਮਾ ਸਾਡੇ ਤੇ ਮਿਹਰ ਕਰੇ ਤੇ ਅਸੀਂ ਉਹਦੇ ਨਾਲ ਜੁੜੇ ਰਹੀਏ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।